ਕਰੀਏ ਦਿਲ ਦੀਆਂ ਗੱਲਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਸ਼ਖਸੀਅਤ ਨਾਲ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਉਂਦੇ ਹਾਂ। ਅੱਜ ਸਾਡੇ ਨਾਲ ਨੇ ਸਰਦਾਰਨੀ ਗੁਰਸ਼ਰਨ ਕੌਰ ਜੀ। ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦੇ ਹਾਂ ਅਤੇ ਮੈਂ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ ਜੀ ਨੂੰ ਬੇਨਤੀ ਕਰਾਂਗਾ ਕਿ ਕਰਨਗੇ ਦਿਲ ਦੀਆਂ ਗੱਲਾਂ ਸਰਦਾਰਨੀ ਗੁਰਸ਼ਰਨ ਕੌਰ ਨੂੰ। ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ। ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ ਰਾਜਾ ਸਾਂਸੀ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਹਾਂ। ਰੋਜ਼ ਦੀ ਤਰ੍ਹਾਂ ਇੱਕ ਮਹਿਮਾਨ ਦੇ ਨਾਲ, ਜਿਸ ਤਰ੍ਹਾਂ ਹਰਜੋਤ ਸ਼ਾਹ ਸਿੰਘ ਜੀ ਦੱਸ ਰਹੇ ਸਨ ਕਿ ਅਸੀਂ ਆਪ ਜੀ ਨੂੰ ਇੱਕ ਮਹਿਮਾਨ ਦੇ ਨਾਲ ਰੂਬਰੂ ਕਰਾਉਂਦੇ ਹਾਂ। ਅੱਜ ਦਾ ਸਾਡੇ ਮਹਿਮਾਨ ਨੇ ਜਿਨ੍ਹਾਂ ਨੂੰ ਅਸੀਂ ਟਾਈਟਲ ਦਿੱਤਾ ਹੈ ਸਹਿਯੋਗ ਹੀ ਜੀਵਨ ਸਾਧਨਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਸਾਧਨਾ ਬਣਾ ਕੇ ਕਿ ਲੋਕਾਂ ਨੂੰ ਸਹਿਯੋਗ ਕਰਨਾ ਹੈ, ਇਹੀ ਉਹਨਾਂ ਵਾਸਤੇ ਇੱਕ ਬੜੀ ਵੱਡੀ ਸਾਧਨਾ ਹੋ ਚੁੱਕੀ ਹੈ ਔਰ ਆਪਣੇ ਆਪ ਨੂੰ ਪੂਰਨਤਾ ਸਮਾਜ ਦੀ ਸੇਵਾ ਵਾਸਤੇ ਸਮਰਪਿਤ ਕੀਤਾ ਹੈ। ਇਹਨਾਂ ਦਾ ਜਨਮ ਗੁਰਸਿੱਖ ਆਰਮੀ ਫੈਮਿਲੀ ਵਿੱਚ ਹੋਇਆ ਸੀ ਔਰ ਇਹ ਐਮੀਨੈਂਟ ਸਮਾਜ ਸੇਵੀ ਨੇ, ਐਜੂਕੇਸ਼ਨਿਸਟ ਨੇ, ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਸਤਰ ਦੇ ਉੱਤੇ ਸੇਵਾਵਾਂ ਕਰ ਰਹੇ ਨੇ, ਉਹ ਪ੍ਰੋਜੈਕਟਸ ਦੇਖ ਰਹੇ ਨੇ। ਨਾਲ ਹੀ ਕੈਨੇਡਾ ਟੋਰਾਂਟੋ ਵਿੱਚ ਰਹਿੰਦੇ ਨੇ ਔਰ ਪੰਜਾਬੀ ਕਲਚਰ ਤੇ ਸਿੱਖ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ। ਇਹ ਪ੍ਰੈਜ਼ੀਡੈਂਟ ਨੇ ਔਰ CEO ਜਿਹੜੇ ਕੈਨੇਡੀਅਨ ਇੰਟਰਨੈਸ਼ਨਲ ਅਕੈਡਮਿਕ ਸਟੂਡੈਂਟ ਇਨਕਲੇਵ ਦੇ, ਇਹ ਉਹਦੇ ਪ੍ਰੈਜ਼ੀਡੈਂਟ ਵੀ ਨੇ, CEO ਵੀ ਨੇ। ਅੱਜ ਸਾਡੇ ਨਾਲ ਜੁੜੇ ਹੋਏ ਨੇ ਟੋਰਾਂਟੋ ਕੈਨੇਡਾ ਤੋਂ ਗੁਰਸ਼ਰਨ ਕੌਰ ਜੀ ਕਾਂਦਰਾ। ਗੁਰਸ਼ਰਨ ਕੌਰ ਜੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਹਾਂਜੀ ਹਾਂਜੀ, ਪਲੀਜ਼ ਕੈਰੀ ਔਨ। ਮੈਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਸੱਦਾ ਦਿੱਤਾ ਔਰ ਚੜ੍ਹਦੀ ਕਲਾ ਟੀਵੀ ਟਾਈਮਸ ਦਾ ਵੀ ਕਿ ਮੈਨੂੰ ਮੌਕਾ ਦਿੱਤਾ ਕਿ ਮੈਂ ਦਰਸ਼ਕਾਂ ਨਾਲ ਰੂਬਰੂ ਕਰ ਸਕਾਂ। ਤੇ ਅਗੇਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ ਲੱਗਾ ਤੁਸੀਂ ਸਾਡੇ ਦਰਸ਼ਕਾਂ ਵਾਸਤੇ ਬੜੇ ਅੱਛੇ ਸ਼ਬਦਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਪਿਆਰ ਤੇ ਅਸੀਸ ਦਿੱਤੀ ਹੈ। ਤੇ ਸਰਦਾਰਨੀ ਗੁਰਸ਼ਰਨ ਕੌਰ ਜੀ, ਸਭ ਤੋਂ ਪਹਿਲਾਂ ਕਿ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਤੁਸੀਂ ਸੋਸ਼ਲ ਐਕਟੀਵਿਟੀ 'ਚ ਬੜਾ ਹਿੱਸਾ ਲੈਂਦੇ ਹੋ, ਪੰਜਾਬੀ ਪ੍ਰਮੋਸ਼ਨ ਵਾਸਤੇ ਵੀ ਕੰਮ ਕਰਦੇ ਹੋ ਔਰ ਵਿਸ਼ੇਸ਼ ਕਰਕੇ ਸਟੂਡੈਂਟਸ ਨੂੰ ਬਹੁਤ ਮਦਦ ਕਰਦੇ ਹੋ ਜਿਹੜੇ ਇੱਥੋਂ ਜਾਂਦੇ ਨੇ। ਲੇਕਿਨ ਆਪ ਜੀ ਦੀ ਕੰਪਨੀ ਜੋ ਹੈ, ਜਿਸ ਦੇ ਆਪ ਪ੍ਰੈਜ਼ੀਡੈਂਟ ਤੇ CEO, ਉਸ ਕੰਪਨੀ ਦਾ ਕੀ ਰੋਲ ਹੈ? ਵਾਟ ਇਜ਼ ਦ ਰੋਲ ਆਫ ਦੈਟ ਕੰਪਨੀ? ਕੈਨੇਡੀਅਨ ਇੰਟਰਨੈਸ਼ਨਲ ਅਕੈਡਮਿਕ ਸਰਵਿਸਿਜ਼ ਇੰਕ ਜਿਹੜੀ ਹੈਗੀ ਹੈ, ਅਸੀਂ 2006 ਵਿੱਚ ਐਸਟੈਬਲਿਸ਼ ਕੀਤਾ ਸੀ ਟੂ ਪ੍ਰਮੋਟ ਕੈਨੇਡੀਅਨ ਐਜੂਕੇਸ਼ਨ ਗਲੋਬਲੀ। ਜੀ। ਉਸ ਦੇ ਹਿਸਾਬ ਨਾਲ ਵੀ ਰਿਪਰੈਜ਼ੈਂਟ ਅਬਾਊਟ 57 ਸਕੂਲ, ਕਾਲਜਿਸ, ਯੂਨੀਵਰਸਿਟੀਜ਼, all community government colleges, and we bring students for these colleges, we promote them, plus we make aware all the students what are the programs are available, what are the intakes, what are the requirements, and what is the fee structure, and that we guide them, we counsel them, and later we help them to get admission. And once they arrive here, we provide post-landing services, internships, and so it's like one with ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਆਪ ਜੀ ਨੇ MA in ਸਾਈਕੋਲੋਜੀ ਭਾਰਤ ਵਿੱਚ ਰਹਿ ਕੇ ਕੀਤੀ, ਫਿਰ ਉਸ ਤੋਂ ਬਾਅਦ ਮਾਸਟਰ ਆਫ ਪਰਸਨਲ ਮੈਨੇਜਮੈਂਟ ਜੋ ਆਪ ਜੀ ਨੇ ਉੱਥੇ ਕੀਤੀ ਹੈ ਯਾਰਕ ਯੂਨੀਵਰਸਿਟੀ ਦੇ ਵਿਚਕਾਰ, ਕੈਨੇਡਾ ਦੇ ਵਿਚਕਾਰ। ਇਹਨਾਂ ਦੋਨਾਂ ਤੁਹਾਡੀਆਂ ਕੀਤੀ ਹੋਏ ਐਜੂਕੇਸ਼ਨ ਦਾ ਤੁਹਾਡੇ ਕੰਮ ਦੇ ਨਾਲ, ਤੁਹਾਡੇ ਸਮਾਜ ਦੇ ਨਾਲ, ਇਹਨੂੰ ਕਿੱਦਾਂ ਤੁਸੀਂ ਇਹਨੂੰ ਜੋੜ ਕੇ ਉਹਦਾ ਫਾਇਦਾ ਲੈਂਦੇ ਹੋ? ਮੈਂ ਇੰਡੀਆ ਤੋਂ ਐਕਚੁਅਲੀ ਮਾਸਟਰਸ ਇਨ ਸੋਸ਼ੀਓਲੋਜੀ ਕੀਤਾ ਸੀ ਔਰ ਮਾਸਟਰਸ ਇਨ ਪਰਸਨਲ ਮੈਨੇਜਮੈਂਟ ਯਾਰਕ ਯੂਨੀਵਰਸਿਟੀ ਤੋਂ ਮੈਂ ਕੀਤਾ ਸੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਨਾਨ ਪ੍ਰੋਫਿਟ ਸੈਕਟਰ ਮੈਨੇਜਮੈਂਟ। ਤੇ ਮੈਂ ਜਿਹੜਾ ਨਾਨ ਪ੍ਰੋਫਿਟ ਮੈਨੇਜਮੈਂਟ ਦਾ ਜਿਹੜਾ ਮੇਰਾ ਵੀ ਐਕਸਪੀਰੀਅੰਸ ਵੀ ਨਾਨ ਪ੍ਰੋਫਿਟ ਸੈਕਟਰ ਦਾ ਮੇਰਾ ਥਰੂ ਆਊਟ ਇੰਟਰਨੈਸ਼ਨਲ ਕੋਸਟ ਪਹਿਲਾਂ ਕੰਮ ਕਰਦੀ ਸੀ, ਜਾਂ ਫਿਰ ਹੋਰ ਮੇਰੀ ਆਪਣੀ ਸੋਸ਼ਲ ਵੈਲਫੇਅਰ ਐਂਡ ਰਿਸਰਚ ਆਰਗੇਨਾਈਜੇਸ਼ਨ ਜੋ ਕਿ ਡਰਗ ਦੀ ਐਡਿਕਸ਼ਨ ਇੰਡੀਆ ਵਿੱਚ ਕੰਮ ਕਰਦੀ ਸੀ, ਉਸਨੇ ਮੈਨੂੰ ਇਹ ਹੈਲਪ ਕੀਤਾ ਕਿ ਵੀ ਸ਼ੁੱਡ ਟ੍ਰੀਟ ਪੀਪਲ ਐਜ਼ ਹਿਊਮਨ। ਜੋ ਵੀ ਸਾਡੇ ਨਾਲ ਇੰਪਲੋਈ ਹੋਏ, ਸਾਡਾ ਇੰਟਰਨ ਹੋਏ ਜਾਂ ਸਟੂਡੈਂਟ ਹੈ, ਦੇ ਆਰ ਮੋਰ ਐਜ਼ ਅ ਹਿਊਮਨ। ਸੋ ਦੈਟਸ ਵਾਟ ਇਜ਼ ਨੋਨ ਫॉर ਜ਼ਿਆਦਾ ਵੱਲ ਉਹਦੇ ਪ੍ਰਿੰਸੀਪਲ ਤੇ ਕੰਮ ਕਰਦੇ।
ਅੱਛਾ। ਸੋ ਆਪ ਕਾਫੀ ਸਾਰੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਹੋ ਤੇ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਉਹਨਾਂ ਆਰਗੇਨਾਈਜੇਸ਼ਨਲ ਦਾ ਇੱਕ ਤੇ ਮੋਟਿਵ ਕੀ ਔਰ ਤੁਹਾਡਾ ਉਹਦੇ ਨਾਲ ਜੁੜ ਕੇ ਕੀ ਰੋਲ ਹੈਗਾ, ਕਿੰਨੀਆਂ ਕੁ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਨਾਲ ਤੁਸੀਂ ਜੁੜੇ ਹੋ। ਮੈਂ ਤੁਹਾਡਾ ਪ੍ਰੋਫਾਈਲ ਦੇਖ ਰਿਹਾ ਸੀ, ਬਹੁਤ ਸਾਰੇ ਨਾਮ ਸਨ। ਜੇ ਤੁਹਾਨੂੰ ਵੀ ਕੋਈ ਯਾਦ ਹੋਣ ਤਾਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ, ਦਰਸ਼ਕ ਸੁਣਨਾ ਚਾਹੁੰਦੇ ਨੇ, ਕਿਉਂਕਿ ਇੰਨੀਆਂ ਸਾਰੀਆਂ ਆਰਗੇਨਾਈਜੇਸ਼ਨ ਦੇ ਨਾਲ ਜੁੜ ਕੇ ਤੁਸੀਂ ਕੰਮ ਕਰਦੇ ਪਏ ਹੋ। ਤੁਸੀਂ ਨਾਂ ਲਵੋਗੇ ਉਹਨਾਂ ਦੇ ਬਾਰੇ, ਕੀ ਹੈਗਾ ਉਹਨਾਂ ਦਾ? ਹਾਂਜੀ, ਮੇਰਾ ਸਭ ਤੋਂ ਪਹਿਲਾਂ ਤੇ ਜਿਹੜੀਆਂ ਹੈਗੀਆਂ ਐਜੂਕੇਸ਼ਨ, ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਵਰਲਡ ਵਾਈਡ, ਲਾਈਕ ICF, WEBA, they are based in Berlin and Switzerland. ਉਹ ਕੀ ਕਰਦੇ ਹੈ ਕਿ they organize lot of education fairs, ਤੇ ਉਹਦੇ ਨਾਲ ਉਹ ਏਜੰਟਸ ਔਰ ਐਜੂਕੇਸ਼ਨ ਇੰਸਟੀਚਿਊਟਸ ਨੂੰ ਇੱਕ ਜਗ੍ਹਾ ਬੁਲਾਉਂਦੇ ਨੇ all over the world. So once we attend, we get the opportunity to meet those universities, know about their programs, know about their uh, uh, infrastructure and everything, and we are able to give first-hand information to our students. So ਉਸ ਤਰ੍ਹਾਂ ਸਾਨੂੰ ਇੱਕਦਮ ਮਿਲ ਜਾਂਦਾ ਹੈ। ਜਿਹੜੀ ਇੱਥੇ ਹੈਗੀਆਂ, ਜਿਸ ਤਰ੍ਹਾਂ ਹੈਗੇ ਇੰਡੋ ਕੈਨੇਡਾ ਚੈਂਬਰ ਆਫ ਕਾਮਰਸ, ਬਰੈਂਪਟਨ ਬੋਰਡ ਆਫ ਟ੍ਰੇਡਸ, ਇਹ ਬਿਜ਼ਨਸ ਨੂੰ ਅਗਰ ਜਦੋਂ ਪ੍ਰਮੋਟ ਕਰਨਾ ਹੈ, ਇੱਕ ਲੈਵਲ ਤੇ ਲੈ ਕੇ ਆਉਣਾ ਕਿ ਨੈਟਵਰਕਿੰਗ, ਉਹ ਵੀ ਬਹੁਤ ਜ਼ਰੂਰੀ ਹੈ। People should know about your business. You should also know who are players in this field. तो ਸਾਨੂੰ ਫਿਰ ਕਾਫੀ ਨੈਟਵਰਕਿੰਗ ਦਾ ਮਿਲ ਜਾਂਦੀ ਹੈ opportunity. ਮੈਂ ਪੜ੍ਹ ਰਿਹਾ ਸੀ ਕਿ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਜਿਹੜੀ ਹੈ ਉਹਦੇ ਨਾਲ ਵੀ ਤੁਸੀਂ ਸੰਬੰਧਿਤ ਹੋ। ਇਹਦਾ ਕੀ ਰੋਲ ਹੈ ਔਰ ਤੁਹਾਡਾ ਕੀ ਰੋਲ ਹੈ ਉਹਦੇ ਵਿੱਚ? ਜਿਹੜੀ HDF ਹੈ, ਇਹ ਕਾਫੀ USA ਚ ਹੈਗੇ, ਬਟ ਦੇ ਹੈਵ ਅ ਚੈਪਟਰ ਇਨ ਕੈਨੇਡਾ ਆਲਸੋ। ਉਹ ਕੀ ਕਰਦੇ ਹੈ ਕਿ ਬੱਚੇ ਜਿਹੜੇ ਹੈ ਆਈਡੈਂਟੀਫਾਈ ਕਰਦੇ ਆ ਪੰਜਾਬ ਐਂਡ ਆਲ ਓਵਰ ਇੰਡੀਆ, ਤੇ ਉਹਨਾਂ ਨੂੰ ਦੇ ਪ੍ਰੋਵਾਈਡ ਸਕਾਲਰਸ਼ਿਪ ਫॉर the higher education, and also girls know. So they are doing very good job, and we are associated with the way ਕਿ ਅਸੀਂ ਕੈਨੇਡਾ ਚ ਉਹਨਾਂ ਨੂੰ ਪ੍ਰਮੋਟ ਕਰਦੇ ਪਏ, and we the part of their I'm the part of their executive committee in Canada. ਸੋ ਮੈਂ ਚੜ੍ਹਦੀ ਕਲਾ ਟਾਈਮ TV ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਔਰ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਦੱਸਦਾ ਕਿ ਅੱਜ ਸਾਡੇ ਨਾਲ ਸਰਦਾਰਨੀ ਗੁਰਸ਼ਰਨ ਕੌਰ ਜੀ ਕਾਂਦਰਾ, ਜਿਹੜੇ ਕਿ ਟੋਰਾਂਟੋ ਕੈਨੇਡਾ ਤੋਂ ਜੁੜੇ ਨੇ ਐਜੂਕੇਸ਼ਨ ਦੇ ਫੀਲਡ ਦੇ ਅੰਦਰ, ਔਰ ਜਿਹੜੇ ਵਿਦਿਆਰਥੀ ਇੱਥੋਂ ਜਾਂਦੇ ਨੇ ਉਹਨਾਂ ਦੀ ਮਦਦ ਵਿਚਕਾਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਰੱਖਦੇ ਨੇ। ਇਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਐਜੂਕੇਸ਼ਨਿਸਟ ਦੇ ਰੂਪ ਦੇ ਵਿਚਕਾਰ, ਜਿੱਥੇ ਐਜੂਕੇਸ਼ਨ ਦੇ ਫੀਲਡ ਦੇ ਵਿਚਕਾਰ ਕੰਮ ਕੀਤਾ, ਉੱਥੇ ਆਪਣੇ ਕੌਮ ਦੇ ਬੱਚਿਆਂ ਲਈ ਇਹਨਾਂ ਨੇ ਆਪਣੇ ਆਪ ਨੂੰ ਪੂਰਾ ਸਮਰਪਿਤ ਕੀਤਾ। ਔਰ ਫਿਰ ਦੂਜੇ ਪਾਸੇ ਇਹਨਾਂ ਨੇ ਜੇ ਸਮਰਪਿਤ ਕੀਤਾ ਤੇ ਕੌਮ ਨੂੰ ਵੀ ਇਹਨਾਂ ਨੂੰ ਐਵਾਰਡਾਂ ਦੀ ਝੜੀ ਲਾਤੀ ਇਹਨਾਂ ਵਾਸਤੇ ਕਿ ਇੱਕ ਅਵਾਰਡ ਨਹੀਂ, ਕਈ ਅਵਾਰਡ ਇਹਨਾਂ ਨੂੰ ਮਿਲੇ ਨੇ। ਉਹ ਮੈਂ ਅਵਾਰਡ ਤੁਹਾਨੂੰ ਹੁਣੇ ਦੱਸਾਂਗਾ, ਲੇਕਿਨ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜੇ ਤੁਹਾਡੇ ਕੋਲ ਵੀ ਕੋਈ ਤਜਰਬਾ ਹੈ ਔਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤੇ ਚੜ੍ਹਦੀ ਕਲਾ ਟਾਈਮ TV ਨਾਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਈਮੇਲ ਐਡਰੈਸ ਆ ਰਿਹਾ, ਉਹਦੇ ਤੋਂ ਤੁਸੀਂ ਆਪਣਾ ਨਾਮ, ਆਪਣਾ ਫੋਨ ਨੰਬਰ ਭੇਜੋ, ਅਸੀਂ ਤੁਹਾਨੂੰ ਸੰਪਰਕ ਕਰਾਂਗੇ। ਔਰ ਨਾਲ ਹੀ ਸਿੱਖੀ ਚੈਨਲ ਦੀ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ, ਉਹਨਾਂ ਤੇ WhatsApp ਕਾਲ ਕਰੋ, ਮਿਸ ਕਾਲ ਕਰੋ ਜਾਂ ਮੈਸੇਜ ਭੇਜੋ, ਅਸੀਂ ਤੁਹਾਨੂੰ ਸੰਪਰਕ ਕਰਾਂਗੇ। ਜਿੱਥੇ ਅੱਜ ਗੁਰਸ਼ਰਨ ਕੌਰ ਕਾਂਦਰਾ ਜੀ ਬੈਠੇ ਨੇ, ਉਸੇ ਦਾ ਕੱਲ ਤੁਸੀਂ ਆਪਣੀ ਜ਼ਿੰਦਗੀ ਦਾ ਤਜਰਬਾ ਸਾਡੇ ਨਾਲ ਸਾਂਝਾ ਕਰ ਰਹੇ ਹੋ। ਇਸ ਤੋਂ ਪਹਿਲਾਂ ਕਿ ਮੈਂ ਗੁਰਸ਼ਰਨ ਕੌਰ ਜੀ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂ, ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਬੜੀ ਵੱਡੀ ਲੰਬੀ ਲਿਸਟ ਹੈ ਜਿਹੜੇ ਕਿ ਝੜੀ ਲੱਗ ਗਏ ਇਨਾਮਾਂ ਦੀ, ਜਿਹੜੇ ਇਹਨਾਂ ਨੂੰ ਅਵਾਰਡਸ ਮਿਲੇ ਨੇ। ਉਹਦੇ ਵਿਚਕਾਰ ਬਿਜ਼ਨਸ ਐਕਸਲੈਂਟ ਅਵਾਰਡ, ਜਿਹੜਾ ਕਿ ਇੱਕ ਵਾਟਰਪੌਨ ਮੈਗਜ਼ੀਨ ਹੈਗੀ ਹੈ, ਉਹਨਾਂ ਵੱਲੋਂ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਬਰੈਂਪਟਨ ਬੋਰਡ ਆਫ ਟ੍ਰੇਡ, ਫਿਰ ਕੈਨੇਡੀਅਨ ਪ੍ਰੀਮੀਅਰ ਐਜੂਕੇਸ਼ਨਲ ਅਵਾਰਡ, ਸਿੱਖ ਡਾਇਰੈਕਟਰੀ ਅਵਾਰਡ, ਇਸ ਦੇ ਨਾਲ ਨਾਲ ਮਾਈ ਭਾਗੋ ਅਵਾਰਡ 2017-2019, ਵਰਲਡ ਪੰਜਾਬੀ ਕਾਨਫਰੰਸ ਟੋਰਾਂਟੋ ਚ ਹੋਈ ਸੀ, ਉੱਥੇ ਸਨਮਾਨਿਤ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2015-2017 ਦੇ ਵਿਚਕਾਰ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਸ ਦੇ ਨਾਲ ਨਾਲ ਚੀਫ ਖਾਲਸਾ ਦੀਵਾਨ ਜਿਹੜੀ ਕੌਮ ਦੀ ਸੰਸਥਾ ਹੈ, ਉਹਨਾਂ ਨੇ 2015, 17 ਤੇ 19 ਦੇ ਵਿਚਕਾਰ ਇਹਨਾਂ ਨੂੰ ਸਨਮਾਨਿਤ ਕੀਤਾ। ਔਰ ਵਿਸ਼ੇਸ਼ ਕਰਕੇ ਜਿਹੜਾ ਸਨਮਾਨ ਹੁਣ ਮੈਂ ਗੱਲ ਕਰਨ ਜਾ ਰਿਹਾ ਹਾਂ, ਉਹ ਪੰਜਾਬ ਸਰਕਾਰ ਨੇ 550ਵੇਂ ਪ੍ਰਕਾਸ਼ ਪੁਰਬ ਦੇ ਉੱਤੇ ਇੱਕ ਵਿਸ਼ੇਸ਼ NRI ਦੇ ਰੂਪ ਵਿੱਚ ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਵਿਸ਼ੇਸ਼ ਕਰਕੇ
ਇਹਨਾਂ ਨੂੰ ਸੱਦਾ ਦੇ ਕੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ। ਤੋ ਗੁਸ਼ਨ ਕੌਰ ਕਾਂਦਰਾ ਜੀ, ਇਤਨੇ ਸਾਰੇ ਸਨਮਾਨ ਤੁਸੀਂ ਪ੍ਰਾਪਤ ਕੀਤੇ ਨੇ, ਵਾਹਿਗੁਰੂ ਨੇ ਤੁਹਾਡੇ ਤੇ ਬੜੀ ਬਖਸ਼ਿਸ਼ ਕੀਤੀ ਹੈ। ਸੋ ਮੈਂ ਅਗਲੀ ਗੱਲ ਪੁੱਛਣਾ ਚਾਹਨਾ ਕਿ ਆਪ ਕੈਨੇਡਾ ਔਰ ਕੈਨੇਡਾ ਦੇ ਅੰਦਰ ਔਰ ਕੈਨੇਡਾ ਤੋਂ ਬਾਹਰ ਜਾ ਕੇ ਜਿੱਥੇ ਜਿੱਥੇ ਕਿਤੇ ਕਾਨਫਰੰਸ ਜਾਂ ਕੁਝ ਹੁੰਦੀਆਂ ਨੇ ਤੁਸੀਂ ਪ੍ਰਚਾਰ ਕਰਦੇ ਹੋ, ਤੁਸੀਂ ਲੋਕਾਂ ਨੂੰ ਦੱਸਦੇ ਹੋ, ਅਵੇਅਰ ਕਰਦੇ ਹੋ। ਸਾਡੇ ਦਰਸ਼ਕਾਂ ਨੂੰ ਵੀ ਅਵੇਅਰ ਕਰੋ ਕਿ ਤੁਸੀਂ ਕਿਸ ਪ੍ਰਕਾਰ ਦੀ ਐਕਸਪੀਰੀਅੰਸ ਹੈਗੇ ਨੇ ਤੁਹਾਡੇ ਬਾਹਰ ਜਾ ਕੇ, ਉਹਨੂੰ ਸ਼ੇਅਰ ਕਰੋ ਦਰਸ਼ਕਾਂ ਦੇ ਨਾਲ। ਸਭ ਤੋਂ ਪਹਿਲਾਂ ਤੇ ਹੈ ਕਿ ਜਦੋਂ ਤੁਸੀਂ ਬਾਹਰ ਆਉਂਦੇ ਹੋ, ਸਪੈਸ਼ਲੀ ਸਟੂਡੈਂਟਸ ਵਾਸਤੇ ਮੈਂ ਕਹਿਣਾ ਚਾਹਾਂਗੀ ਕਿ ਉਹ ਪੜ੍ਹਾਈ ਕਰਨ ਆ ਰਹੇ ਹੈ ਤੇ ਉਹਨਾਂ ਦਾ ਮੇਨ ਮੋਟਿਵ ਹੋਣਾ ਚਾਹੀਦਾ ਕਿ ਅਸੀਂ ਇੱਥੇ, ਪਹਿਲੀ ਚੀਜ਼ ਹੈ ਕਿ ਪਹਿਲਾ ਕੰਮ ਹੈ ਪੜ੍ਹਨਾ, ਫਿਰ ਉਸ ਤੋਂ ਬਾਅਦ ਉਹ ਆਪਣਾ ਧਿਆਨ ਜਿਹੜਾ ਹੈਗਾ ਉਹ ਆਪਣਾ ਜੌਬਸ ਵੱਲ ਲਗਾ। ਕਿਉਂਕਿ ਸਭ ਤੋਂ ਵੱਡੀ ਚੀਜ਼ ਜਿਹੜਾ ਮੇਨ, ਇੰਨਾ ਜ਼ਿਆਦਾ ਲੋਨ ਵਗੈਰਾ ਲੈ ਕੇ ਆਪਣੇ ਪੇਰੈਂਟਸ ਦੇ ਕਾਫੀ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਉਂਦੇ ਪਏ ਆ ਤੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਪੜ੍ਹਾਈ 'ਚ ਅੱਛਾ ਰਹੇਗਾ ਤੇ ਉਹਨਾਂ ਦੇ ਨੰਬਰ ਵਗੈਰਾ ਵੀ ਅੱਛੇ ਆਉਣਗੇ ਔਰ ਇੰਪਲੋਇਰਸ ਉਹਨਾਂ ਨੂੰ ਜੌਬ ਵੀ ਅੱਛੀਆਂ ਮਿਲਣਗੀਆਂ। ਸਿਰਫ ਉਹਨਾਂ ਨੂੰ 2 ਸਾਲ ਜ਼ਿਆਦਾਤਰ ਪੜ੍ਹਾਈ ਬੱਚੇ ਪਸੰਦ ਕਰਦੇ ਕਰਨਾ ਤਾਂ ਕਿ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਏ। ਉਹ 2 ਸਾਲ ਦੀ ਕਾਫੀ ਅਗਰ ਪੜ੍ਹਾਈ ਵੱਲ ਧਿਆਨ ਰੱਖਣ, ਮੇਰਾ ਸਿਰਫ ਉਹਨਾਂ ਨੂੰ ਇੰਸਟੈਡ ਆਫ ਕਿ ਵਿੱਚੋਂ ਬ੍ਰੇਕ ਲੈ ਲੈਣ, ਡ੍ਰੌਪ ਕਰ ਦੇਣ ਔਰ 16 ਘੰਟੇ ਜੌਬ ਕਰਨ ਔਰ ਫਿਰ ਕਾਲਜ ਵਿੱਚ ਜਾ ਕੇ ਸੁੱਤੇ ਰਹਿਣ, ਇਸ ਨਾਲੋਂ ਜ਼ਿਆਦਾ ਬੈਟਰ ਹੈ ਕਿ ਫਸਟ ਜਿਹੜਾ ਮੇਰਾ ਐਕਸਪੀਰੀਅੰਸ ਇਹੀ ਹੈ ਕਿ ਪੜ੍ਹਾਈ ਵਾਸਤੇ ਆ ਰਹੇ ਹੈ। दूसरा चीज है कि पॉलिटिक्स भी करते हैं कि वो इंडिया ची ओरिएंटेशन दे देंगे कि उन्होंने समझना चाहिए कनेडियन कल्चर की है, कनेडियन लॉ की हैगा, एजुकेशन सिस्टम की है, ताकि ਜਦੋਂ ਇੱਥੇ ਆਣ दे शुड बी प्रिपेयर्ड। ਕਿਉਂਕਿ ਬੱਚਾ ਉੱਥੇ ਜਿਹੜਾ 12ਵੀਂ ਤੋਂ ਬਾਅਦ ਸਪੈਸ਼ਲੀ ਆਂਦਾ ਪਿਆ, ਉੱਥੇ ਇੱਕ ਮੋਬਾਈਲ ਕਲਚਰ ਤੇ ਹੁੰਦਾ ਹੈ, ਮਾਂ ਉਹਨਾਂ ਦੇ ਮੂੰਹ ਦੀ ਗੁੱਠੀਆਂ ਪਾਉਂਦੀ ਹੁੰਦੀ ਹੈ, ਬਟ ਇੱਥੇ ਆ ਕੇ they have to go to school, they have to study, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਵੀ ਕਰਨੀ ਹੈ ਤਾਂ ਕਿ ਥੋੜਾ ਬਹੁਤਾ ਆਪਣਾ ਕਮਰੇ ਦਾ ਕਿਰਾਇਆ ਕਰਨਾ। ਪਰ ਇਸ ਵਾਸਤੇ ਇੱਥੇ ਗੁਰਦੁਆਰੇ ਵਗੈਰਾ ਜਿਹੜੇ ਹੈਗੇ ਆਪਣੇ ਬਹੁਤ ਸਪੋਰਟ ਕਰਦੇ ਪਏ ਤੇ ਉਹ ਕੀ ਜਾ ਕੇ ਉਹਨਾਂ ਨੂੰ ਲੰਗਰ ਵਗੈਰਾ ਬੱਚਿਆਂ ਨੂੰ ਮਿਲ ਜਾਂਦਾ। ਹੁਣ ਈਵਨ ਇਸ ਕੜੀ ਵਿੱਚ ਵੀ ਗੁਰਦੁਆਰਾ ਸਾਹਿਬ ਵਿੱਚ ਪੈਕਡ ਫੂਡ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਸੀ ਤੇ ਬਾਕੀ ਹੋਰ ਚੀਜ਼ਾਂ ਵੀ ਦੇ ਦਿੰਦੇ ਆ। ਇੱਥੇ ਫੂਡ ਬੈਂਕਸ ਵੀ ਹੈਗੇ ਗੌਰਮੈਂਟ ਵੱਲੋਂ ਵੀ, ਉੱਥੋਂ ਵੀ ਬੱਚੇ ਹੈਲਪ ਲੈ ਸਕਦੇ ਆ। ਤੇ ਸਾਡੇ ਕੋਲ ਇੱਕ NGO ਹੈ, ਹੀ ਆਲਸੋ ਹੈਲਪ, ਸਕਾਲਰਸ਼ਿਪਸ ਵਗੈਰਾ ਬੱਚਿਆਂ ਨੂੰ ਦੇ ਦਿੰਦੇ ਆ। ਸਾਡਾ ਟਰੱਸਟ ਹੈ, ਥੋੜਾ ਬਹੁਤਾ ਹੈਲਪ ਕਰ ਦਿੰਦੇ ਆ ਬੱਚਿਆਂ ਦੀ। ਔਰ ਜਿਹੜੇ ਬੱਚੇ ਸਾਡੇ ਕੋਲ ਇੰਟਰਨਸ਼ਿਪ ਵਾਸਤੇ ਆਉਂਦੇ ਨੇ, ਕਾਫੀ ਅਸੀਂ ਇੰਟਰਨਸ਼ਿਪ ਦਿੰਦੇ ਆ। ਅਸੀਂ ਫਿਰ ਉਹਨਾਂ ਨੂੰ ਫਲੈਕਸੀਬਲ ਆਵਰਸ ਦੇ ਦਿੰਦੇ ਆ ਤਾਂ ਕਿ ਅਗਰ ਉਹ ਜੌਬ ਵਗੈਰਾ ਕਰਦੇ ਉਹਦੇ 'ਚ ਉਹਨਾਂ ਦੀ ਰੁਕਾਵਟ ਨਾ। ਵੀ ਆਲਸੋ ਪ੍ਰੋਵਾਈਡ ਲੰਚ ਆਲਸੋ ਸਾਡੇ ਕੋਲ ਆਉਂਦੇ ਵੀ ਕਨੈਕਟ ਜੀ। ਇਸ ਤੋਂ ਇਲਾਵਾ ਹੋਰ ਕੀ ਗਾਈਡ ਕਰਨਾ ਚਾਹੋਗੇ ਜਿਹੜੇ ਨਵੇਂ ਬੱਚੇ ਆਉਂਦੇ ਹੈਗੇ ਆ? ਕਿਉਂਕਿ ਇੰਡੀਆ ਵਿਚਕਾਰੋਂ ਜਦੋਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਤੇ ਜਿਹੜੇ ਭੇਜਣ ਵਾਲੇ ਬੰਦੇ ਨੇ ਉਹ ਇੱਕ ਤਰੀਕੇ ਦੇ ਨਾਲ ਪ੍ਰੋਡਕਟ ਸੇਲ ਕਰਦੇ ਹੈ, ਐਜੂਕੇਸ਼ਨ ਦੀ ਗੱਲ ਘੱਟ ਕਰਕੇ ਇੱਕ ਪ੍ਰੋਡਕਟ ਨੂੰ ਸੇਲ ਕਰਨ ਦੀ ਕੋਸ਼ਿਸ਼ ਕਰਦੇ ਹੈ ਔਰ ਉਹ ਪ੍ਰੋਡਕਟ ਨੂੰ ਸੇਲ ਕਰਨ ਵਾਸਤੇ ਉਹ ਆਪਣੀ ਮੈਰਿਟਸ ਦੀ ਗੱਲ ਕਰਦੇ ਨੇ, ਲੇਕਿਨ ਡੀਮੈਰਿਟਸ ਜਿਹੜੀਆਂ ਨੇ ਉਹ ਕਦੀ ਸਮਝਾਉਂਦੇ ਨਹੀਂ ਹੈ। ਤੁਸੀਂ ਉਹਨਾਂ ਨੂੰ ਕੀ ਗਾਈਡ ਕਰਨਾ ਚਾਹੋਗੇ ਕਿ ਬੱਚਿਆਂ ਨੂੰ ਕੀ ਕੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਬਿਫੋਰ ਟੇਕਿੰਗ ਦ ਸਟੈਪ ਆਫ ਟੇਕਿੰਗ ਐਜੂਕੇਸ਼ਨ ਲੋਨ ਔਰ ਐਡਾ ਵੱਡਾ ਬੋਝ ਲੈ ਕੇ ਆਉਣ ਦੀ ਬਜਾਏ ਅਗਰ ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ, ਉਹ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ? ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਪ੍ਰੋਗਰਾਮ ਹੀ ਉਹ ਚੁਣਨਾ ਚਾਹੀਦਾ ਜਿਹਦੇ 'ਚ ਉਹ ਇੰਟਰਸਟਿਡ ਹੈ। ਮੋਸਟਲੀ ਇੰਝ ਹੁੰਦਾ ਹੈ ਕਿ ਉਹ ਅਕੋਰਡਿੰਗ ਟੂ ਜਿਹੜਾ ਜਿਹੜਾ ਉਹਨੇ ਪੜ੍ਹਾਈ ਕੀਤੀ ਹੋਈ ਹੈ ਉਹਦੇ ਹਿਸਾਬ ਨਾਲ ਉਹ ਜਿਹੜਾ ਇੱਥੇ ਪ੍ਰੋਗਰਾਮ ਚੁਣ ਲੈਂਦੇ। ਕਈ ਵਾਰ ਉਹ ਡਿਫਿਕਲਟ ਹੋ ਜਾਂਦਾ ਹੈ, ਬਟ ਇੱਥੇ ਆ ਕੇ ਉਹਨਾਂ ਕੋਲ ਆਪਸ਼ਨ ਵੀ ਹੁੰਦੀ ਹੈ, ਉਹ ਚੇਂਜ ਕਰ ਸਕਦੇ ਆ। ਕਾਲਜ ਵਿੱਚ ਕਾਫੀ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਮਦਦ ਮਿਲਦੀ ਹੈ। ਇੱਥੇ ਸਟੂਡੈਂਟ ਗਾਈਡੈਂਸ ਸੈਂਟਰ ਜਿੱਥੇ ਉਹਨਾਂ ਨੂੰ ਮਦਦ ਮਿਲ ਸਕਦੀ ਹੈ, ਮੈਥ ਦੀ ਹੈਲਪ ਮਿਲ ਸਕਦੀ ਹੈ, ਇੰਗਲਿਸ਼ ਦੀ ਹੈਲਪ ਮਿਲ ਸਕਦੀ ਹੈ, ਬਾਕੀ ਮਿਲ ਸਕਦੀ ਹੈ। ਬੱਚੇ ਪੜ੍ਹਨ ਵਾਲੇ ਹੋਣੇ ਚਾਹੀਦੇ, ਉਹਨਾਂ ਨੂੰ ਇਹ ਕਿ ਅਸੀਂ ਪੜ੍ਹਨ ਵਾਸਤੇ ਪਹਿਲਾਂ ਪੜ੍ਹਨਾ, ਫਿਰ ਉਸ ਤੋਂ ਬਾਅਦ ਅਸੀਂ ਜਿਹੜੇ 20 ਘੰਟੇ ਉਹਨਾਂ ਨੂੰ ਅਲਾਉਡ ਹੁੰਦੇ ਆ ਹਫਤੇ 'ਚ ਕੰਮ ਕਰਨ, they can work 20 hours,
ਪਰ ਉਹ ਕੀ ਹੁੰਦਾ, ਬੱਚੇ ਫਿਰ 20 ਦੇ ਬਦਲੇ 40 ਘੰਟੇ ਕਰ ਲੈਂਦੇ ਆ, ਦੋ ਜੌਬਸ ਲੈ ਲੈਂਦੇ ਆ, ਪੜ੍ਹਾਈਆਂ ਮਿਸ ਕਰਦੇ ਆ। ਪਹਿਲਾਂ ਹੀ ਉਹ ਸੋਚਣੇ ਕਿ ਅਗਰ ਅਸੀਂ ਅੱਛੀ ਪੜ੍ਹਾਈ ਕਰ, ਸਾਨੂੰ ਬਾਅਦ ਜਦੋਂ ਵੀ ਵਰਕ ਪਰਮਿਟ ਮਿਲੇਗਾ, ਸਾਨੂੰ ਇੰਪਲੋਇਰਸ ਅੱਛੀ ਜੌਬਸ ਦੇ ਦੇਣਗੇ। ਮੇਰਾ ਇਹ ਬੱਚਿਆਂ ਅੱਗੇ ਇੱਕ ਰਿਕੁਐਸਟ ਹੈ ਕਿ ਪੜ੍ਹਨ ਵਾਸਤੇ ਆਇਓ ਤੇ ਪੂਰਾ, ਔਰ ਦੂਸਰਾ ਜਿਹੜਾ ਕਿ ਉਹ ਤਿਆਰ ਹੋ ਕੇ ਆ ਕੇ ਜਦੋਂ ਆ ਰਹੇ ਨੇ, ਇੱਕ ਜ਼ਿਆਦਾਤਰ ਲੋਕਾਂ ਨੂੰ ਐਵੇਂ ਸ਼ਿਕਾਇਤ ਹੁੰਦੀ ਹੈ ਆ ਕੇ ਉਹ ਘਰਾਂ ਵਿੱਚ ਗੰਦ ਪਾ ਦਿੰਦੇ ਆ, ਬਿਕੋਜ਼ ਦੇ ਆਰ ਨਾਟ ਟ੍ਰੇਨਡ ਇਨ ਡੋਮੈਸਟਿਕ ਘਰ। ਤੇ ਮੈਂ ਮਦਰਸ ਨੂੰ ਰਿਕੁਐਸਟ ਥੋੜਾ ਉਹਨਾਂ ਨੂੰ ਬੱਚਿਆਂ ਨੂੰ ਸਿਖਾ ਕੇ ਕਿਉਂ ਕਿਰਾਏ ਤੇ ਰਹਿ ਰਹੇ ਨੇ, ਕਿਸ ਤਰ੍ਹਾਂ ਨੂੰ ਸਾਫ਼ ਸੁਥਰਾ ਰੱਖਣਾ, ਕਿਉਂਕਿ ਉਹ ਕਿਸੇ ਦੀ ਵੀ ਪ੍ਰਾਪਰਟੀ ਹੈ ਬੰਦੇ ਦੀ, ਉਹ ਉੱਥੇ ਜਾ ਕੇ ਸਿਰਫ ਕਿਰਾਇਆ ਦੇ ਰਹੇ, ਜਗ੍ਹਾ ਸਾਫ਼ ਸੁਥਰਾ ਰੱਖਣ, ਔਰ ਉਸ ਤੇ ਵੀ ਜੋ ਆਪਣੀ ਸਿਹਤ ਤੇ ਧਿਆਨ ਰੱਖਣ, ਮੈਂਟਲ ਹੈਲਥ ਤੇ ਧਿਆਨ ਰੱਖਣ। ਉਹ 2 ਸਾਲ ਤੱਕ ਭੁੱਲ ਜਾਣ ਕਿ ਅਸੀਂ ਪੈਸੇ ਭੇਜਣੇ ਨੇ ਘਰ, ਕਿ ਅਸੀਂ ਕਮਾਣਾ ਪੈਸੇ। ਇਹ ਬਹੁਤ ਆਂਦਿਆਂ ਸਾਰ ਬੱਚਿਆਂ ਦੇ ਦਿਮਾਗ ਪਤਾ ਨਹੀਂ ਕਿਉਂ ਹੋ ਜਾਂਦਾ ਕਿ ਪਹਿਲਾ ਕੁਐਸਚਨ ਸਾਨੂੰ ਵੀ ਅਸੀਂ ਫਿਰ ਹੋ ਜਾਂਦੇ ਕਿ ਮੈਨੂੰ ਕਿੰਨੇ ਡਾਲਰ ਦੀ ਜੌਬ, ਤੁਸੀਂ ਪੜ੍ਹਨ ਪਹਿਲਾਂ ਪੜ੍ਹਾਈ ਵੱਲ ਧਿਆਨ ਰੱਖੋ। ਔਰ ਉਹੀ ਬੱਚਿਆਂ ਨੂੰ ਜਿਹੜਾ ਪੈਸੇ ਵੱਲ ਫਾਈਨੈਂਸ਼ਲੀ ਆਈ ਥਿੰਕ ਥੋੜਾ ਜਿਹਾ ਸਟਰੋਂਗ ਹੋਣਾ ਚਾਹੀਦਾ, ਔਰ ਪੇਰੈਂਟਸ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਨੂੰ 2 ਸਾਲ ਤੱਕ ਕਮ $35,000 ਦਾ ਧਿਆਨ ਰੱਖਣਾ ਪਏਗਾ, ਕਿਉਂਕਿ ਉਹ ਬੱਚੇ ਤੇ ਉਹ ਪ੍ਰੈਸ਼ਰ ਕਰਦੇ ਆ ਤੇ ਬੱਚੇ ਕੀ ਹੁੰਦੇ ਆ ਕਿ ਡਿਪਰੈਸ਼ਨ ਵੱਲ ਚਲੇ ਜਾਂਦੇ, ਬੱਚੇ ਇਮੋਸ਼ਨਲ ਹੋ ਜਾਂਦਾ, ਬੱਚਿਆਂ ਦੀ ਹੈਲਥ ਡਾਊਨ ਹੋ ਰਹੀ ਹੈ ਬਹੁਤ ਜ਼ਿਆਦਾ। ਤੁਸੀਂ ਦੇਖੋਗੇ ਯੂ ਫੀਲ ਵੈਰੀ ਵੈਰੀ ਸੈਡ ਕਿ ਉਹਦੇ ਇੰਨੇ ਲਾਡਲੇ ਬੱਚੇ ਆ ਅੱਜ ਇੱਥੇ ਆ ਕੇ 2 ਜੌਬਾਂ ਕਰਦੇ ਹੈ। ਐਟ ਟਾਈਮਸ ਆਈ ਡੋਂਟ ਅੰਡਰਸਟੈਂਡ ਕਿ ਘਰੋਂ ਵੀ ਅੱਛੇ ਹੈ ਬਹੁਤ, ਪਰ ਪਤਾ ਨਹੀਂ ਉਹਨੇ ਦਿਮਾਗ ਪੈਸਾ ਕਮਾਇਆ, ਔਰ ਫਿਰ ਉਹ ਪੜ੍ਹਾਈ 'ਚ ਵੀ ਫੇਲ ਹੋ ਜਾਂਦੇ ਕਈ ਵਾਰੀ, ਸੋ ਦੈਨ देयर ਹੋਲ ਕੈਰੀਅਰ, ਹੋਲ ਲਾਈਫ ਜਿਹੜੀ ਹੈ ਉਸ ਦਾ ਪਰਸੂਟ ਹੋ ਜਾਂਦਾ। ਸੋ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਕੋਲੋਂ ਵਿਦਾਇਗੀ ਲੈਣਾ ਚਾਹਾਂਗੇ, ਲੇਕਿਨ ਅਜੇ ਸਾਡੇ ਕੋਲ ਥੋੜਾ ਸਮਾਂ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ। ਸੋ ਗੁਰਸ਼ਰਨ ਕੌਰ ਜੀ ਸਾਨੂੰ ਦੱਸ ਰਹੇ ਨੇ ਕਿ ਜਿਹੜੇ ਬੱਚੇ ਭਾਰਤ ਦੀ ਧਰਤੀ ਤੋਂ, ਵਿਸ਼ੇਸ਼ ਕਰਕੇ ਕਿਉਂਕਿ ਅਸੀਂ ਇੰਡੀਆ ਦੇ ਨਾਲ ਬੇਸ ਹੈਗੇ ਤੇ ਇੰਡੀਆ ਦੀ ਧਰਤੀ ਤੋਂ ਆਉਂਦੇ ਨੇ, ਉਹਨਾਂ ਨੂੰ ਇਸ ਗੱਲ ਦਾ ਮਾਪਿਓ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਬੱਚਿਆਂ ਨੂੰ ਇਸ ਗੱਲ ਵਾਸਤੇ ਤਿਆਰ ਕਰਕੇ ਭੇਜੋ ਕਿ ਜਿਹੜਾ ਬੱਚੇ ਨੇ ਜਾ ਕੇ ਇੱਕ ਆਪਣੀ ਵਿਅਕਤੀਗਤ ਜ਼ਿੰਦਗੀ ਜੀਣੀ ਹੈ, ਉਸ ਵਿਅਕਤੀਗਤ ਜ਼ਿੰਦਗੀ ਦੇ ਅੰਦਰ ਉਹਨੂੰ ਕਿਸੇ ਦੇ ਘਰ 'ਚ ਕਿਰਾਏ ਤੇ ਰਹਿਣਾ, ਉਸ ਘਰ ਨੂੰ ਸਾਫ਼ ਰੱਖਣਾ ਵੀ ਜ਼ਰੂਰੀ ਹੈ, ਉਸ ਨੂੰ ਖਾਣੇ ਪਕਾਣੇ ਦੀ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਔਰ ਨਾਲ ਹੀ ਉਹਦੇ ਤੇ ਪੈਸਾ ਕਮਾਉਣ ਦਾ ਇੱਕ ਜਿਹੜਾ ਜਨੂਨ ਹੈ, ਉਸ ਜਨੂਨ ਨੂੰ ਐਟਲੀਸਟ 2 ਸਾਲ ਵਾਸਤੇ ਉਸ ਜਨੂਨ ਨੂੰ ਦਿਮਾਗ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਤਾਂ ਕਿ ਉਹ ਬੱਚਾ ਜਿਹੜਾ ਹੈ ਆਪਣੇ ਫ੍ਰੀ ਮਾਈਂਡ ਜਿਹੜੇ 20 ਆਵਰਸ, ਜਿਸ ਤਰ੍ਹਾਂ ਗੁਰਸ਼ਰਨ ਕੌਰ ਜੀ ਦੱਸ ਰਹੇ ਸਨ, 20 ਆਵਰਸ ਜਿਹੜੇ ਮਿਲਦੇ ਪਏ ਨੇ ਉਹਨਾਂ ਕੰਮ ਕਰੋ ਜਿੰਨਾ ਤੁਹਾਡਾ ਸਰੀਰ ਮੰਨੇ, ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਕਲਾਸ ਵਿੱਚ ਸੁੱਤੇ ਹੋਵੋ, ਕੰਮ ਤੇ ਵੀ ਸੁੱਤੇ ਹੋਵੋ, ਔਰ ਤੁਹਾਨੂੰ ਨਾ ਕਿਸੇ ਪਾਸੇ ਵੀ ਤੁਸੀਂ ਗੇਨ ਨਾ ਕਰ ਰਹੇ ਹੋ, ਔਰ ਅਲਟੀਮੇਟਲੀ ਇੱਕ ਸਮਾਂ ਐਸਾ ਆ ਜਾਂਦਾ ਹੈ ਜਦੋਂ ਕਿ ਤੁਸੀਂ ਕਿਸੇ ਪਾਸੇ ਵੀ ਸਕਸੈਸਫੁਲ ਨਹੀਂ ਹੋ ਪਾਉਂਦੇ। ਇਹ ਨਹੀਂ ਕਹਿੰਦੇ ਕਿ ਵਿਦੇਸ਼ਾਂ ਜਾ ਕੇ ਪੜ੍ਹਨਾ ਕੋਈ ਮਾੜੀ ਗੱਲ ਹੈ, ਜਾਓ, ਆਪ ਬੜੀ ਖੁਸ਼ੀ ਨਾਲ ਜਾਓ। ਜਿਨ੍ਹਾਂ ਕੋਲ ਇੱਥੇ ਚੰਗੇ ਪੈਸੇ ਹੈ ਉਹਨਾਂ ਦੇ ਬੱਚੇ ਉੱਤੇ ਜਾ ਕੇ ਫਜ਼ੂਲ ਖਰਚੀ 'ਚ ਪੈਂਦੇ ਨੇ, ਜਿਨ੍ਹਾਂ ਕੋਲ ਇੱਥੇ ਪੈਸਾ ਹੈ ਹੀ ਨਹੀਂ, ਉਹ ਲੋਕ ਜਿਹੜੇ ਨੇ ਇਸ ਗੱਲ ਵਿੱਚ ਚਲੇ ਜਾਂਦੇ ਨੇ ਕਿ ਬਈ ਅਸੀਂ ਇੰਨੀ ਮਿਹਨਤ ਕਰੀਏ ਕਿ ਅਸੀਂ ਕਰਜ਼ਾ ਵੀ ਲਾ ਲਈਏ ਇੱਕਦਮ ਤੇ ਅਸੀਂ ਪੈਸਾ ਵੀ ਕਮਾ ਲਈਏ। ਇਹ 2 ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਸੱਚ ਜਾਣਿਓ, ਜੇ 2 ਸਾਲ ਤੁਸੀਂ ਕੰਮ ਪੜ੍ਹ ਲਿਆ, ਤੁਸੀਂ ਚੰਗੇ ਪਾਸੇ ਤੁਰ ਲਿਆ, ਤੇ ਫਿਰ ਦੇਖ ਲੈਣਾ ਕਿ ਤੁਸੀਂ ਸਫਲਤਾ ਦੀਆਂ ਸੀੜੀਆਂ ਬਾਕੀ ਵਿਦਿਆਰਥੀਆਂ ਨਾਲੋਂ ਸਭ ਤੋਂ ਜ਼ਿਆਦਾ ਤੁਸੀਂ ਚੜ੍ਹ ਕੇ ਅੱਗੇ ਜਾਓਗੇ, ਤੁਸੀਂ ਕਾਮਯਾਬ ਹੋ ਜਾਓਗੇ। ਤੋਂ ਮੈਂ ਬਹੁਤ ਧੰਨਵਾਦੀ ਹਾਂ ਅੱਜ ਵਿਸ਼ੇਸ਼ ਕਰਕੇ ਸਰਦਾਰਨੀ ਗੁਰਸ਼ਰਨ ਕੌਰ ਜੀ ਕਾਂਦਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਔਰ ਕੈਨੇਡਾ ਟੋਰਾਂਟੋ ਤੋਂ ਇਹਨਾਂ ਨੇ ਸਾਨੂੰ ਬੜੀਆਂ ਸਾਰੀਆਂ ਚੰਗੀਆਂ ਸਲਾਹਾਂ ਦਿੱਤੀਆਂ ਨੇ। ਮੈਨੂੰ ਆਸ ਹੈ ਕਿ ਫਿਰ ਕਦੀ ਸਮਾਂ ਮਿਲੇਗਾ ਤੁਹਾਡੇ ਨਾਲ ਗੱਲਬਾਤ ਫੇਰ ਕਰਾਂਗੇ, ਔਰ ਪੰਜਾਬੀ ਦੇ ਵਿਕਾਸ ਵਾਸਤੇ ਤੁਸੀਂ ਕੰਮ ਕਰਦੇ ਪਏ ਹੋ, ਤੁਸੀਂ ਸੋਸ਼ਲ ਐਕਟੀਵਿਟੀਜ਼ ਕਰਦੇ ਪਏ ਹੋ। ਅੱਜ ਬੜਾ ਮਤਲਬ ਦਿਲ ਕਰਦਾ ਸੀ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਨੂੰ। ਇਹ ਪ੍ਰੋਗਰਾਮ ਸਰਦਾਰ ਜਗਜੀਤ ਸਿੰਘ ਜੀ ਦਰਦੀ, ਚੜ੍ਹਦੀ ਕਲਾ ਟਾਈਮ ਟੀਵੀ, ਔਰ ਸਰਦਾਰ ਹਰਜੋਤ ਸ਼ਾਹ ਸਿੰਘ ਜੀ ਸਿੱਖੀ ਚੈਨਲ ਨੇ ਮਿਲ ਕੇ ਤਿਆਰ ਕੀਤਾ ਹੈ, ਔਰ ਅਸੀਂ ਇਸ ਪ੍ਰੋਗਰਾਮ 'ਚ ਤੁਹਾਨੂੰ ਅੱਜ ਮਹਿਮਾਨ ਦੇ ਤੌਰ ਤੇ ਸੱਦਾ ਦਿੱਤਾ ਹੈ। ਤੁਸੀਂ ਆਏ ਹੋ, ਸਾਨੂੰ ਬਹੁਤ ਅੱਛਾ ਲੱਗਾ, ਔਰ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਤੁਸੀਂ ਏਦਾਂ ਹੀ ਸੇਵਾ ਕਰਦੇ ਰਹੋਗੇ, ਔਰ ਤੁਸੀਂ ਆਪਣੀ ਸਿਹਤ
ਵੱਲ ਧਿਆਨ ਰੱਖੋਗੇ। ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ, ਤੁਸੀਂ ਹੋਰ ਅਵਾਰਡ ਜਿੱਤੋ। ਜਦੋਂ ਅਗਲਾ ਅਸੀਂ ਇੰਟਰਵਿਊ ਕਰੀਏ ਉਹ ਤੁਹਾਡੇ ਅਵਾਰਡ ਦੀ ਲਿਸਟ ਹੋਰ ਲੰਬੀ ਹੋਣੀ ਚਾਹੀਦੀ ਹੈ। ਸੋ ਹੁਣ ਮੈਂ ਹਰਜੋਤ ਸ਼ਾਹ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਰਦਾਰਨੀ ਗੁਰਸ਼ਰਨ ਕੌਰ ਜੀ ਕਾਂਦਰਾ ਜੀ ਦਾ ਜਿਹੜੇ ਕਿ ਟੋਰਾਂਟੋ ਕੈਨੇਡਾ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਧੰਨਵਾਦ ਕਰਨਗੇ ਤੇ ਫਿਰ ਅਗਲੀ ਵਾਰੀ ਮਿਲਣ ਦਾ ਵਾਅਦਾ ਵੀ ਲੈਣਗੇ ਕਿ ਅਸੀਂ ਇਹਨਾਂ ਕੋਲੋਂ ਫਿਰ ਮਿਲਾਂਗੇ, ਫਿਰ ਗੱਲਬਾਤ ਕਰਾਂਗੇ। ਹਰਜੋਤ ਸ਼ਾਹ ਸਿੰਘ। ਧੰਨਵਾਦ ਸਰਦਾਰ ਕੁਲਮੋਹਨ ਸਿੰਘ ਜੀ। ਅੱਜ ਜਿਹੜੀਆਂ ਗੱਲਾਂ ਗੁਰਸ਼ਰਨ ਕੌਰ ਜੀ ਨੇ ਕੀਤੀਆਂ ਨੇ, ਇਹ ਇੱਕ ਬੜੀ ਕੀਮਤੀਆਂ ਗੱਲਾਂ ਨੇ, ਕਿਉਂਕਿ ਜਿਸ ਬੱਚਿਆਂ ਨੇ, ਕਿਉਂਕਿ ਇੱਕ ਕੈਨੇਡਾ ਦੀ ਦੁਨੀਆ ਜਿਹੜੀ ਅੱਜ ਦੁਹਾਬਣੀ ਦੁਨੀਆ ਹੈ ਔਰ ਹਰ ਬੱਚਾ ਜਿਹੜਾ ਹੈ ਉਹ ਉੱਥੇ ਜਾਣ ਦੀ ਤਾਂਗ ਰੱਖਦਾ ਹੈ ਔਰ ਜਾ ਵੀ ਰਹੇ ਨੇ। ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਸ ਗੱਲਾਂ ਵੱਲ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਇੱਕ ਬਹੁਤ ਵੱਡੀ ਇਨਫੋਰਮੇਸ਼ਨ ਹੈ ਬੱਚਿਆਂ ਵਾਸਤੇ ਜਿਨ੍ਹਾਂ ਨੇ ਬਾਹਰ ਜਾਣਾ ਚਾਹੀਦਾ। ਗੁਰਸ਼ਰਨ ਕੌਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਲੇ ਫਿਰ ਕਿਸੇ ਪ੍ਰੋਗਰਾਮ ਵਿੱਚ ਆਪ ਨਾਲ ਜ਼ਰੂਰ ਸਾਂਝ ਕਰਾਂਗੇ। ਫਤਿਹ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।